ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਸਪਤਮੁ ਬਿਸਰਾਮ ਲਿਖਿਆ ਤੇ ਦੋਹਰਾ ਬਾਰੰਬਾਰ ਪ੍ਰਣਾਮ ਮਮ ਸ੍ਰੀ ਗੁਰ ਦੀਨ ਦਿਆਲ ਜਗਤ ਭਰਮ ਨਾਸਿਓ ਸਹਿਜ ਸੁਨ ਤਵ ਬਚਨ ਰਸਾਲ। ਬਾਰੰਬਾਰ ਪ੍ਰਣਾਮ ਮਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਕਿਰਪਾ ਨਾਲ ਵਿਚਾਰ ਮਾਲਾ ਦੇ 6 ਵਿਸ਼ਰਾਮ ਅਥਵਾ 6 ਅਧਿਆਏ ਸੰਪੂਰਨ ਹੋ ਚੁੱਕੇ ਆ। ਅੱਜ ਆਪਾਂ 7ਵਾਂ ਵਿਸ਼ਰਾਮ ਪ੍ਰਾਰੰਭ ਕਰ ਰਹੇ ਹਾਂ। ਪਿਛੇ ਜੋ 6 ਅਧਿਆਏ ਪੜ੍ਹੇ ਆ, ਜਿੰਨੀ ਕੁ ਸਮਝ ਪਈ ਉਹਦੀ ਆਪਾਂ ਵਿਚਾਰ ਕੀਤੀ ਆ। ਇਹ ਮਾਨੋ ਜਿਵੇਂ ਸਾਰ ਸਿਧਾਂਤ ਗ੍ਰੰਥਾਂ ਦਾ ਜਿਹੜੇ ਉੱਪਰ ਗ੍ਰੰਥ ਪੜ੍ਹੀ ਦੇ ਆ ਉਹਨਾਂ ਦਾ ਸਿਧਾਂਤ ਹੀ ਆ, ਸੂਤਰ ਰੂਪ ਵਿੱਚ ਆ। ਜਦੋਂ ਅਗਲੇ ਗ੍ਰੰਥ ਪੜ੍ਹੇ ਜਾਣਗੇ ਉਹਨਾਂ ਵਿੱਚ ਜਿਹੜੀ ਕੋਈ ਬਚਨ ਵਿਚਾਰ ਇਹਦੇ ਵਿੱਚ ਵਿਸਥਾਰ ਨਹੀਂ ਹੋ ਸਕਿਆ ਜਾਂ ਇਸ ਗ੍ਰੰਥ ਵਿੱਚ ਖੋਲ੍ਹਿਆ ਨਹੀਂ ਹੈ, ਉਹਦਾ ਖੁਲਾਸਾ ਅਗਲੇ ਗ੍ਰੰਥ ਕੁਝ ਹੋ ਜਾਏਗਾ ਅਧਿਆਤਮ ਪ੍ਰਕਾਸ਼ ਵਿੱਚ। ਫਿਰ ਵਿਚਾਰ ਚੰਦਰ ਰੋਧੇ ਤੇ ਵਿਚਾਰ ਸਾਗਰ ਵਿੱਚ ਵਿਚਾਰ ਮਾਲਾ, ਇਹ ਚਾਰੇ ਗ੍ਰੰਥ ਤਕਰੀਬਨ ਆਪੋ ਵਿੱਚ ਹੀ ਮੇਲ ਜੋਲ ਖਾਂਦੇ ਆ, ਮਤਲਬ ਵੇਦਾਂਤ ਦੇ ਹੀ ਗ੍ਰੰਥ ਆ। ਸੋ 6 ਅਧਿਆਏ ਹੋ ਚੁੱਕੇ। ਅੱਜ 7ਵਾਂ ਵਿਸ਼ਰਾਮ ਆਪਾਂ ਪ੍ਰਾਰੰਭ ਕਰ ਰਹੇ ਹਾਂ। ਅਥ ਸਪਤਮੁ ਵਿਸ਼ਰਾਮ ਲਿਖਿਆ ਤੇ ਸੰਤ ਅਨਾਥਪੁਰੀ ਜੀ ਕਹਿੰਦੇ ਆ ਵੀ ਅਥ ਕਹੀਏ ਹੁਣ ਸਪਤਮੁ ਵਿਸ਼ਰਾਮ, 7ਵਾਂ ਜਿਹੜਾ ਵਿਸ਼ਰਾਮ ਅਧਿਆਏ ਲਿਖਿਆ ਤੇ ਲਿਖਦੇ ਹਾਂ। ਤੇ ਕਈ ਥਾਵਾਂ ਤੇ ਪਾਠ ਹੁੰਦਾ ਵੀ ਸਿੱਖ ਬਚਨ ਕਹਿਤ ਹੈ, ਵੀ ਸਿੱਖ ਜਿਹੜਾ ਵਾ ਉਹ ਬਚਨ ਕਹਿ ਰਿਹਾ ਜਾਂ ਕਹਿੰਦਾ ਹੈ ਆਪਣੇ ਗੁਰੂ ਨੂੰ ਬੇਨਤੀ ਪੂਰਵਕ ਹੋ ਕੇ। ਜਿਵੇਂ ਪਿੱਛੇ ਸਿੱਖਿਓ ਆਵਾਜ਼ ਆ ਜਾਂਦਾ, ਇੱਥੇ ਕੋਈ ਸਿੱਖਿਓ ਆਵਾਜ਼ ਨਹੀਂ ਲਿਖਿਆ। ਜੇ ਲਿਖਿਆ ਵੀ ਜਾਵੇ ਤਾਂ ਕੋਈ ਅਨਰਥ ਨਹੀਂ ਆ, ਕਿਉਂਕਿ ਸਿੱਖ ਹੀ ਕਹਿ ਰਿਹਾ ਵਾ। ਤੇ ਕਈ ਖਰੜਿਆਂ ਜਿਵੇਂ ਲਿਖਿਆ ਵੀ ਸਿੱਖ ਬਚਨ ਕਹਿਤ ਹੈ, ਸਿੱਖ ਬਚਨ ਕਹਿ ਰਿਹਾ ਹੈ। ਦੋਹਰੇ ਵਿੱਚ ਕੀ ਕਹਿੰਦਾ ਹੈ? ਬਾਰੰਬਾਰ ਪ੍ਰਣਾਮ ਮਮ ਸ੍ਰੀ ਗੁਰ ਦੀਨ ਦਿਆਲ। ਅਰਥ ਵਾਸਤੇ ਅਰਥ ਸ੍ਰੀ ਗੁਰ ਤੋਂ ਲੈਣਾ। ਇਹ ਮੇਰੇ ਸ੍ਰੀ ਕਈ ਸੁਭਾਏ ਮਾਨ ਸ਼੍ਰੋਮਣੀ ਸੋਭਾ ਵਾਲੇ ਗੁਰੂ ਕਹੀਏ ਗੁਰਦੇਵ ਜੀ, ਜੋ ਦੀਨ ਕਹੀਏ ਗਰੀਬਾਂ ਦੇ ਦੀਨਾਂ ਉੱਪਰ ਦਿਆਲੂ ਹੋਣ ਵਾਲੇ ਆ ਜਾਂ ਦਇਆ ਕਰਨ ਵਾਲੇ ਆ। ਐਸੇ ਜਿਹੜੇ ਮੇਰੇ ਗੁਰਦੇਵ ਆ, ਗੁਰੂ ਸਰੋਭਾ ਵਾਲੇ, ਗੁਰੂ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ, ਦਿਆਲੂ ਕਿਰਪਾਲੂ ਹੋਣ ਵਾਲੇ। ਬਾਰੰਬਾਰ ਪ੍ਰਣਾਮ ਮਮ, ਮਮ ਕਹੀਏ ਮੇਰੀ, ਬਾਰੰਬਾਰ ਕਹੀਏ ਬਾਰ ਬਾਰ ਮੁੜ ਮੁੜ ਆਪ ਜੀ ਨੂੰ ਪ੍ਰਣਾਮ ਨਮਸਕਾਰ ਹੈ। ਜਾਂ ਐਸੇ ਗੁਰੂ ਜੀ ਨੂੰ ਮੈਂ ਬਾਰੰਬਾਰ ਮੁੜ ਮੁੜ ਕੇ ਜਿਹੜੀ ਆ ਮਮ ਕਹੀਏ ਮੈਂ, ਪ੍ਰਣਾਮ ਕਹੀਏ ਨਮਸਕਾਰ ਕਰਦਾ ਹਾਂ, ਮੱਥਾ ਭਾਵ ਟੇਕਦਾ ਹਾਂ। ਸੌਖਾ ਹੀ ਅਰਥ ਇਹਦਾ। ਜਗਤ ਭਰਮ ਨਾਸਿਓ ਸਹਿਜ ਸੁਨ ਤਵ ਬਚਨ ਰਸਾਲ। ਤਵ ਕਹੀਏ ਤੁਹਾਡੇ ਜਿਹੜੇ ਰਸਾਲ, ਰਸਾਂ ਦਾ ਘਰ ਜਾਂ ਰਸਾਲ ਜਿਹੜੇ ਸੁੰਦਰ ਬਚਨ ਆ, ਬੋਲ ਆ, ਉਹ ਐਸੇ ਬਚਨ ਬੋਲ ਸੁਣ ਕਹੀਏ ਸਰਵਣ ਕਰਕੇ ਜਗਤ ਭਰਮ ਨਾਸਿਓ ਸਹਿਜ,
ਜੋ ਮੈਨੂੰ ਜਗਤ ਕਹੀਏ ਸੰਸਾਰ ਸਤ ਹੈ ਰੂਪ ਦਾ ਭਰਮ ਭੁਲੇਖਾ ਸੀ, ਉਹ ਨਾਸਿਓ ਸਹਿਜ, ਉਹ ਹੁਣ ਸਹਿਜ ਕੇ ਸੁਭਾਵਕ ਸੁਤੇ ਸਿੱਧ ਹੀ ਇਹ ਗੁਰੂ ਜੀ ਨਾਸਿਓ ਨਾਸ ਹੋ ਗਿਆ, ਨਸ ਗਿਆ। ਇਹ ਸੰਸਾਰ ਸੱਚਾ ਹੈ, ਇਹ ਜਿਹੜਾ ਭਰਮ ਬਣਿਆ ਹੋਇਆ ਸੀ ਨਾ ਮੈਨੂੰ, ਇਹ ਸੁਤੇ ਸਿੱਧ ਹੀ ਗੁਰੂ ਸਾਹਿਬ ਜੀ ਤੁਹਾਡੀ ਕਿਰਪਾ ਨਾਲ ਨਾਸਿਓ ਨਾਸ ਹੋ ਗਿਆ, ਨਾਸੀ ਗਿਆ ਆ। ਕਿੱਦਾਂ? ਸੁਣ ਤਾ ਬਚਨ ਰਸਾਲ, ਤਾਂ ਕਹੀਏ ਤੁਹਾਡੇ ਜਿਹੜੇ ਬਚਨ ਰਸਾਲ ਕਹੀਏ ਸੁੰਦਰ ਰਸਾਂ ਦੇ ਘਰ ਹੀ ਆ, ਉਹਨਾਂ ਨੂੰ ਸੁਣ ਕਰਕੇ। ਦੋਹਰਾ ਭੋ ਭਗਵਾਨ ਤੁਮ ਮਾਇਆ ਤੇ, ਭੋ ਭਗਵਾਨ ਹੇ ਗੁਰਦੇਵ ਜੀ, ਤੁਮ ਕਹੀਏ ਤੁਹਾਡੀ ਮਾਇਆ ਕਹੀਏ ਮਿਹਰ ਤੇ ਕਹੀਏ ਤੋਂ, ਗੁਰਦੇਵ ਜੀ ਤੁਹਾਡੀ ਮਿਹਰ ਤੋਂ, ਤੁਹਾਡੀ ਕਿਰਪਾ ਤੋਂ, ਤੁਹਾਡੀ ਦਇਆ ਤੋਂ। ਮਾਇਆ ਦਾ ਅਰਥ ਕਿਰਪਾ, ਮਿਹਰ, ਦਇਆ ਕੁਝ ਵੀ ਲਾ ਸਕਦੇ। ਭਇਓ ਵੇਗਤ ਸੰਦੇਹ, ਇਹਨੂੰ ਵਿਗਤ ਪਾਠ ਨਹੀਂ ਕਰਨਾ, ਵੇਗਤ ਕਰਨਾ। ਮੇਰੇ ਅੰਦਰੋਂ ਜਿਹੜਾ ਪ੍ਰਮਾਣਗਤ ਸੰਸਾ, ਪਰਮੇਗਤ ਸੰਸਾ, ਇਹ ਤਿੰਨ ਪ੍ਰਕਾਰ ਦੇ ਜਿਹੜੇ ਸੰਸੇ ਆ ਨਾ, ਤੇ ਇਹ ਗੁਰੂ ਜੀ ਤੁਹਾਡੀ ਮਿਹਰ ਕਰਕੇ ਸੰਦੇਹ ਕਹੀਏ ਸੰਸੇ ਆ, ਉਹ ਵੇਗਤ ਕਹੀਏ, ਵੇ ਨਾਮ ਵਿਸ਼ੇਸ਼ਤਾ, ਗਤ ਨਾਮ ਨਾਸ ਦਾ, ਵਿਸ਼ੇਸ਼ ਕਰਕੇ ਨਾਸ ਭਇਓ ਹੋ ਗਏ ਹੈ। ਇਹ ਗੁਰੂ ਜੀ ਤੁਹਾਡੀ ਮਿਹਰ ਕਰਕੇ ਨਾ ਜਿਹੜੇ ਸੰਦੇਹ ਕਹੀਏ ਮੇਰੇ ਅੰਦਰ ਸੰਸੇ ਸੀ ਨਾ, ਪ੍ਰਮਾਣਗਤ ਪਰਮੇਗਤ ਆਦਿ, ਅਥਵਾ ਸਾਰੇ ਸੰਸੇ ਜਿਹੜੇ ਆ ਵੇਗਤ ਕਹੀਏ ਵਿਸ਼ੇਸ਼ ਕਰਕੇ ਭਇਓ ਨਾਸ ਹੋ ਗਏ। ਗਤ ਨਾਮ ਨਾਸ ਦਾ, ਵੇ ਨਾਮ ਵਿਸ਼ੇਸ਼ ਦਾ, ਵਿਸ਼ੇਸ਼ ਕਰਕੇ ਨਾਸ ਹੋ ਗਏ, ਭਇਓ ਕਹੀਏ ਹੋ ਗਏ। ਜਦ ਸੰਸਾ ਮੇਰਾ ਵਿਸ਼ੇਸ਼ ਕਰਕੇ ਭਇਓ ਕਹੀਏ ਨਾਸ ਹੋ ਗਿਆ। ਵੇਗਤ ਦਾ ਅਰਥ ਵਿਸ਼ੇਸ਼, ਗਤ ਨਾਮ ਨਾਸ ਦਾ, ਵਿਸ਼ੇਸ਼ ਕਰਕੇ ਨਾਸ ਭਇਓ ਹੋ ਗਿਆ। ਸੁਧ ਸਰੂਪ ਲਹਿਓ ਭਲੇ, ਲਹਿਓ ਦੇ ਹਾਹੇ ਨੂੰ ਸਿਹਾਰੀ ਪਾ ਲੈਣੀ ਹੈ, ਜਈਏ ਪੂਰੇ ਨੂੰ ਹੋੜਾ। ਮੈਂ ਆਪਣੇ ਜਿਹੜਾ ਸੁੱਧ ਸਰੂਪ ਆ, ਭਾਵ ਆਨੰਦ ਸਰੂਪ ਆ, ਮੇਰਾ ਆਤਮਾ ਆ, ਉਸ ਨੂੰ ਭਲੇ ਕਹੀਏ, ਚੰਗੀ ਤਰ੍ਹਾਂ ਲਹਿਓ ਕਹੀਏ ਜਾਣ ਲਿਆ ਹੈ। ਵਿਸਰਿਓ ਦੇਹ ਅਦੇਹ, ਜੋ ਪਹਿਲਾਂ ਵਿਸਰਿਓ ਕਹੀਏ ਭੁੱਲਣ ਦਾ ਭਾਵ ਹੋਇਆ ਸੀ, ਭੁੱਲਿਆ ਹੋਇਆ ਸੀ ਆਪਣੇ ਆਤਮ ਸਰੂਪ ਨੂੰ, ਉਹ ਹੁਣ ਦੇਹ ਵਿੱਚ ਸਥਿਤ ਹੋ ਗਿਆ ਹੈ ਕਿ ਮੈਂ ਅਦੇਹ, ਮੈਂ ਦੇਹ ਸੰਬੰਧ ਤੋਂ ਰਹਿਤ ਹਾਂ। ਜੋ ਭੁੱਲਣ ਦਾ, ਵਿਸਰਿਓ ਭੁੱਲਣ ਦਾ, ਜੋ ਪਹਿਲਾਂ ਭੁੱਲਣ ਦਾ ਭਾਵ ਹੋਇਆ ਸੀ ਨਾ, ਉਹ ਦੇਹ ਹੁਣ ਦੇਹ ਵਿੱਚ ਸਥਿਤ ਆ, ਸਰੀਰ ਵਿੱਚ। ਅਦੇਹ ਕਹੀਏ ਮੈਂ ਹੁਣ ਕਿ ਮੈਂ ਤੇ ਦੇਹ ਤੋਂ ਆ ਕਹੀਏ ਰਹਿਤ ਹਾਂ, ਦੇਹ ਸੰਬੰਧ ਤੋਂ ਰਹਿਤ, ਮੈਂ ਪਰੇ ਹਾਂ, ਆਤਮ ਸਰੂਪ ਸ਼ੁੱਧ ਸਰੂਪ, ਮੈਂ ਦੇਹ ਨਹੀਂ ਹਾਂ। ਕਿੱਦਾਂ? ਸੰਦੇਹ ਮਿਟਣ ਤੋਂ। ਭਲੀ ਪ੍ਰਕਾਰ ਜਿਹੜਾ ਸ਼ੁੱਧ ਸਰੂਪ ਆ ਮਹਾਰਾਜ ਗੁਰੂ ਜੀ, ਉਹਨੂੰ ਮੈਂ ਲਹਿਓ ਕਹੀਏ ਜਾਣ ਲਿਆ, ਅਤੇ ਦੇਹ ਅਦੇਹ ਦਾ ਭੇਦ ਹੀ ਭੁੱਲ ਗਿਆ ਵਾ, ਵੀ ਮੈਂ ਦੇਹ ਆ ਕਿ ਦੇਹ ਤੋਂ ਰਹਿਤ ਨਹੀਂ, ਮੈਂ ਭੇਦ ਹੀ ਭੁੱਲ ਗਿਆ। ਭਾਵ ਦੇਹ ਰੂਪ ਅਥਵਾ ਅਦੇਹ ਰੂਪ ਹੋਣਾ ਵਿਸਰ ਗਿਆ। ਇਹ ਦੇਹ ਨੂੰ ਰੱਖਣ ਦੀ ਜਾਂ ਅਦੇਹ ਹੁਣ ਸਰੀਰ ਨਾ ਰੱਖਣ ਦੀ ਇੱਛਾ ਵੀ ਨਹੀਂ ਰਹੀ ਮੈਨੂੰ। ਦੇਹ ਹੁੰਦਾ ਸਰੀਰ, ਅਦੇਹ ਹੁੰਦਾ ਵੀ ਸਰੀਰ ਤੋਂ ਰਹਿਤ, ਇਹ ਵੀ ਇੱਛਾ ਨਹੀਂ ਮੈਨੂੰ ਰਹੀ ਵੀ ਦੇਹ ਰੱਖ ਕੇ ਮਨੋਚ ਹੋ ਜਾ, ਦੇਹ ਨਾ ਰੱਖ ਕੇ ਰੂਹ ਹੋਣ ਦੀ ਜਿਹੜੀ ਭੁੱਲਾਂ ਨਾ, ਉਹ ਮੈਨੂੰ ਭੁੱਲ ਗਈਆਂ, ਵਿਸਰ ਗਏ, ਭੁੱਲ ਗਈਆਂ। ਇਹ ਗੁਰੂ ਜੀ ਤੁਹਾਡੀ ਮਿਹਰ ਦੇ ਨਾਲ ਮੇਰੇ ਅੰਦਰੋਂ ਸੰਸਾ ਚਲਾ ਗਿਆ ਹੈ, ਨਾਸ ਹੋ ਗਿਆ, ਤੇ ਸੁੱਧ ਸਰੂਪ ਜਾਂ ਜਿਹੜਾ ਆਨੰਦ ਸਰੂਪ ਆ ਮੇਰਾ ਆਤਮਾ, ਉਹਨੂੰ ਮੈਂ ਭਲੀ ਪ੍ਰਕਾਰ ਜਾਣ ਲਿਆ ਵਾ, ਤੇ ਦੇਹ ਅਦੇਹ ਜਿਹੜਾ ਮੈਨੂੰ ਭੁੱਲ ਗਿਆ ਵੀ ਮੈਂ ਦੇਹ ਰੂਪ ਹਾਂ ਕਿ ਜਾਂ ਦੇਹ ਦੇ ਸੰਬੰਧ ਤੋਂ ਰਹਿਤ ਹਾਂ, ਇਹ ਤੇ ਮੈਂ ਭੁੱਲ ਹੀ ਗਿਆ ਵਾ। ਮਤਲਬ ਮੈਨੂੰ ਇਹ ਪਤਾ ਲੱਗ ਗਿਆ ਵੀ ਮੇਰਾ ਜਿਹੜਾ ਸ਼ੁੱਧ ਸਰੂਪ ਆਤਮਾ ਨਾ, ਇਹ ਗੁਰੂ ਜੀ ਉਹ ਦੇਹਾਂ ਤੋਂ ਪਰੇ ਆ, ਨਾ ਤੇ ਮੈਂ ਸੂਖਮ
ਸਰੀਰ ਹੈ, ਨਾ ਮੈਂ ਕਾਰਨ ਸਰੀਰ ਹੈ, ਨਾ ਮੈਂ ਅਸਥੂਲ ਸਰੀਰ। ਪੰਜ ਤੱਤਾਂ ਦੀ ਜਿਹੜੀ ਦੇਹ ਇਹ ਹੀ ਹਾਂ, ਨਾ 17 ਤੱਤਾਂ ਦੀ ਦੇਹ ਹਾਂ। ਮਤਲਬ ਇਹ ਦੇਹ ਦਾ ਹੋਣਾ ਵਾ ਜਿਹੜਾ ਸਥੂਲ ਸਰੀਰ ਵਿੱਚ ਆ ਦੇਹ ਆ ਵੀ ਦੇਹ ਤੋਂ ਰਹਿਤ। ਹੁਣ ਵੀ ਮੈਂ ਦੇਹ ਤੋਂ ਰਹਿਤ ਹਾਂ, ਇਹ ਦੋਵੇਂ ਚੀਜ਼ਾਂ ਭੁੱਲ ਗਈਆਂ। ਭਾਵ ਮੇਰਾ ਤੇ ਦੇਹ ਦੇ ਨਾਲ ਕੋਈ ਵਾਸਤਾ ਹੀ ਨਹੀਂ। ਚੰਗੀ ਤਰ੍ਹਾਂ ਆਪਣੇ ਸ਼ੁੱਧ ਸਰੂਪ ਨੂੰ ਮੈਂ ਜਾਣ ਲਿਆ ਹੈ। ਆਤਮ ਸਰੂਪ ਵੱਖਰਾ ਹੀ ਹੈ ਨਾ ਇਹਨਾਂ ਸਰੀਰਾਂ ਤੋਂ। ਉਸ ਸ਼ੁੱਧ ਸਰੂਪ ਨੂੰ ਮੈਂ ਚੰਗੀ ਤਰ੍ਹਾਂ ਜਿਹੜਾ ਗੁਰੂ ਜੀ ਜਾਣ ਲਿਆ ਵਾ, ਤੇ ਦੇਹ ਨੂੰ ਮੈਂ ਭੁਲਾ ਦਿੱਤਾ। ਆਗਿਆ ਤਾਗਿਆ ਸੁਭਾ ਸੁਭ ਨਹਿ। ਤੇ ਹੇ ਗੁਰੂ ਜੀ, ਨਾ ਤੇ ਮੈਂ ਆਗਿਆ ਕਹੀਏ ਅਗਿਆਨੀ ਆ। ਗੈ ਨਾਮ ਹੁੰਦਾ ਵਾ ਗਿਆਨ ਦਾ, ਆ ਨਾਮ ਦਾ ਰਹਿਤ ਦਾ। ਗਿਆਨ ਤੋਂ ਰਹਿਤ ਉਹ ਕੌਣ ਅਗਿਆਨੀ। ਨਾ ਤੇ ਮੈਂ ਅਗਿਆਨੀ ਹੈ, ਨਾ ਮੈਂ ਤਾਗਿਆ ਕਹੀਏ ਤਾਂ ਨਾਮ ਤਤ ਦਾ ਹੁੰਦਾ। ਗੈ ਨਾਮ ਗਿਆਨ ਦਾ, ਤਤ ਗਿਆਨੀ। ਤੇ ਨਾ ਹੀ ਗੁਰੂ ਮੈਂ ਤਤ ਗਿਆਨੀ ਹੈ। ਸੁਭਾ ਸੁਭ ਨਹਿ, ਫਿਰ ਮੈਂ ਫਿਰ ਸ਼ੁਭ ਕਹੀਏ ਚੰਗਾ, ਅਸ਼ੁਭ ਕਹੀਏ ਮਾੜਾ, ਇਹ ਵੀ ਨਹੀਂ ਹਾਂ। ਨਾ ਈਸ਼ਵਰ ਨਾ ਦੇ ਜੀਵ, ਨਾ ਹੀ ਮੈਂ ਈਸ਼ਵਰ ਹਾਂ ਤੇ ਨਾ ਹੀ ਮੈਂ ਜੀਵ ਹਾਂ। ਕਈ ਥਾਵਾਂ ਦੇ ਪਾਠ ਐਵੇਂ ਆਉਂਦਾ, ਆਗਿਆ ਤਾਗਿਆ ਨਹਿ ਸੁਭਾ ਸੁਭ ਨਹਿ, ਨਹਿ ਈਸ਼ਵਰ ਨਹਿ ਜੀਵ। ਤੇ ਕਈ ਥਾਵਾਂ ਦੇ ਪਾਠ ਹੁੰਦਾ ਵੀ ਆਗਿਆ ਤਾਗਿਆ ਸੁਭਾ ਸੁਭ ਨਹਿ, ਵੀ ਨਹਿ ਪਾਠ ਨੂੰ ਤਿੰਨਾਂ ਨੇ ਲਾ ਦੇਣਾ, ਸ਼ੁਭ ਅਸ਼ੁਭ ਆਗਿਆ ਤਾਗਿਆ। ਮਤਲਬ ਪਾਠ ਭੇਜ ਆ, ਆਗਿਆ ਤਾਗਿਆ ਨਹਿ ਵੀ ਮੈਂ ਅਗਿਆਨੀ ਨਹੀਂ ਹਾਂ, ਤਾਗਿਆ ਤਤ ਗਿਆਨੀ ਨਹੀਂ ਹਾਂ, ਸ਼ੁਭ ਅਸ਼ੁਭ ਨਹਿ ਚੰਗਾ ਮਾੜਾ ਵੀ ਨਹੀਂ ਹੈ, ਨਾ ਈਸ਼ਵਰ ਵੀ ਨਹੀਂ ਹਾਂ, ਜੀਵ ਵੀ ਨਹੀਂ ਹਾਂ। ਸਤ ਝੂਠ ਮੋਹ ਮੈਂ ਨਹੀਂ। ਅਤੇ ਮੇਰੇ ਸ਼ੁੱਧ ਸਰੂਪ ਵਿੱਚ ਜਿਹੜਾ ਮੋਹ ਮੈਂ, ਮੇਰਾ ਮੋਹ ਕਹੀਏ ਮੋਹ ਕਹੀਏ ਮੇਰੇ ਸਰੂਪ ਆਤਮ ਸਰੂਪ ਮੈਂ ਕਹੀਏ ਵਿੱਚ ਸੱਚ ਵੀ ਨਹੀਂ ਹੈ ਤੇ ਝੂਠ ਮਿਥਿਆ ਵੀ ਨਹੀਂ। ਅਮਲ ਸਮਲ ਤ੍ਰਿਅ ਪੀਵ, ਨਾ ਹੀ ਮੇਰਾ ਸਰੂਪ ਆਤਮ ਸਰੂਪ। ਅਮਲ ਕਹੀਏ ਅਮਲ ਸਮਲ, ਅਮਲ ਸਮਲ ਪੜ੍ਹ ਲੈਂਦੇ, ਕਈ ਅਮਲ ਸਮਲ ਵੀ ਪੜ੍ਹ ਲੈਂਦੇ। ਤੇ ਮੇਰਾ ਸਰੂਪ ਜਿਹੜਾ ਮੈਲ ਤੋਂ ਵੀ ਆ ਨਾਮ ਰਹਿ ਰਿਹਾ, ਤੇ ਨਾ ਹੀ ਮੇਰਾ ਸਰੂਪ ਜਿਹੜਾ ਮੈਲ ਤੋਂ ਰਹਿਤ ਆ। ਭਾਵੇਂ ਇਸ ਚੀਜ਼ 'ਚ ਵੀ ਨਹੀਂ ਆਉਂਦਾ ਹੈ ਸਮਾਲ, ਨਾ ਹੀ ਸਹਿਦ ਮੈਲ ਦੇ ਹੈ ਮੇਰਾ ਸਰੂਪ। ਤ੍ਰੈ ਪੀਵ, ਨਾ ਹੀ ਉਹ ਤ੍ਰੈ ਗਈ ਇਸਤਰੀ ਆ, ਨਾ ਹੀ ਪੀਵ ਕਹੀਏ ਪਤੀ ਹੀ ਹੈ। ਅਥਵਾ ਵੀ ਤ੍ਰੀਏ ਨਾਮ ਦਾ ਉਪਾਸਕ ਰੂਪ ਹੈ। ਮੇਰਾ ਸਰੂਪ ਜਿਹੜਾ ਉਪਾਸਨਾ ਪੂਜਾ ਕਰਨ ਵਾਲਾ ਰੂਪ ਵੀ ਨਹੀਂ ਹੈ ਤੇ ਉਪਾਸਿਆ ਰੂਪ ਵੀ ਨਹੀਂ ਹੈ ਕਿ ਜਿਹਦੀ ਪੂਜਾ ਕੀਤੀ ਜਾਣੀ ਹੈ। ਮਤਲਬ ਇਹ ਚੀਜ਼ ਤੋਂ ਪਰੇ ਹੈ। ਇਹ ਮਤਲਬ ਕਿੱਦਾਂ ਵਾ, ਥੋੜਾ ਇਹਦਾ ਇਸ ਤਰ੍ਹਾਂ ਭਾਵ ਨਾਲ ਕਹਿੰਦੇ ਆ ਵੀ ਆਤਮ ਸਰੂਪ ਇਹ ਵਿੱਚ ਕੀ ਨਹੀਂ ਹੈ। ਆਗਿਆ ਨਾਮ ਵੀ ਆਤਮ ਸਰੂਪ ਅਗਿਆਨੀ ਨਹੀਂ ਹੈ, ਕਿਉਂਕਿ ਅਗਿਆਨੀ ਦੇ ਜੀਵ ਹੈ। ਆਤਮਾ ਆਤਮਾ ਨੇ ਜਾਣਨਾ ਕਿਹਨੂੰ, ਕਿਸੇ ਨੂੰ ਨਹੀਂ ਜਾਣਨਾ। ਹਾਂਜੀ, ਤੇ ਉਹ ਜਦੋਂ ਨੇ ਜਾਣਨਾ ਹੀ ਨਹੀਂ ਆ, ਉਹਦੇ ਆਪਣੇ ਆਪ 'ਚ ਗਿਆਨ ਸਰੂਪ ਹੈ, ਫਿਰ ਅਗਿਆਨੀ ਕਿੱਥੋਂ ਹੋ ਗਿਆ। ਨਾ ਉਹ ਤਤ ਗਿਆਨੀ, ਕਿ ਵੀ ਤਤ ਗਿਆਨੀ ਹੁੰਦੇ ਜਿਹੜਾ ਕਿਸੇ ਨੂੰ ਜਾਣੇ, ਜਿਹਨੇ ਬੜਾ ਗਿਆਨ ਪ੍ਰਾਪਤ ਕਰ ਲਿਆ। ਤੇ ਆਤਮਾ ਨੂੰ ਕਿਸੇ ਨੂੰ ਜਾਣਨ ਦੀ ਲੋੜ ਨਹੀਂ ਹੈ। ਤੇ ਨਾ ਹੀ ਉਹ ਫਿਰ ਸ਼ੁਭ ਚੰਗਾ ਵਾ। ਚੰਗਾ ਕੌਣ ਹੁੰਦਾ, ਜਿਹੜਾ ਕੋਈ ਕਰਮ ਕਰੇ ਵੀ ਚੰਗਾ ਵਾ। ਤੇ ਆਤਮਾ ਤੇ ਕੋਈ ਕਰਮ ਨਹੀਂ ਕਰਦੀ, ਅਕਿਰਿਆ ਵਾ। ਤੇ ਅਸ਼ੁਭ ਨਾਮ ਮਾੜਾ ਕਰਮ ਕਰਦੀ ਆ, ਕਿਉਂਕਿ ਉਹ ਜਿਹੜਾ ਚੇਤਨ ਆ, ਆਤਮ ਸਰੂਪ ਆ, ਉਹ ਅਕਿਰਿਆ ਵਾ।
ਮਤਲਬ ਕਿਰਿਆ ਤੋਂ ਰਹਿਤ ਹੈ। ਤੇ ਕਿਰਿਆ ਜਾਂ ਕਿਰਿਆਮਾਨ ਜੀਵ ਆ ਇਹੀ ਚੰਗਾ ਮਾੜਾ ਕਰਦਾ, ਆਤਮ ਸਰੂਪ ਤੇ ਕਰਦਾ ਹੀ ਨਹੀਂ। ਇਹ ਆਤਮ ਸਰੂਪ ਦਾ ਪੱਖ ਹੋਣ ਡਿਆ ਇੱਥੇ ਵੀ ਜਿਹੜਾ ਆਤਮ ਸਰੂਪ ਮੇਰਾ ਉਹ ਤੇ ਨਾ ਤੇ ਗਿਆਨੀ ਆ, ਭਾਵੋ ਉਹਨੂੰ ਕਿਸੇ ਨੂੰ ਜਾਣਨ ਦੀ ਜ਼ਰੂਰਤ ਨਹੀਂ ਆ, ਜਿਸ ਕਰਕੇ ਉਹ ਅਗਿਆਨੀ ਨਹੀਂ ਹੈ। ਵੀ ਜੇ ਜਾਣਨ ਵਾਲਾ ਹੋਵੇ ਕਿਸੇ ਨੂੰ ਤੇ ਉਹ ਜਾਣੇ, ਤੇ ਨਹੀਂ ਜਾਣਿਆ ਜਾਵੇ ਤੇ ਫਿਰ ਉਹ ਗਿਆਨੀ, ਜੇ ਜਾਣ ਲੈ ਫਿਰ ਗਿਆਨੀ। ਇਸ ਤਰ੍ਹਾਂ ਉਹ ਗਿਆਨੀ ਨਹੀਂ ਹੈ ਤੇ ਤਤ ਗਿਆਨੀ ਵੀ ਨਹੀਂ ਹੈ। ਮਤਲਬ ਉਹਦੇ ਵਿੱਚ ਇਹ ਚੀਜ਼ ਨਹੀਂ ਹੈ, ਚੰਗਾ ਮਾੜਾ ਵੀ ਨਹੀਂ ਹੈ, ਨਾ ਹੈ ਈਸ਼ਵਰ ਵੀ ਨਹੀਂ ਹੈ, ਐਸਵਰ ਜਰੂਪ, ਤੇ ਨਾ ਜੀਵ, ਨਾ ਉਹ ਆਤਮਾ ਸਰੂਪ ਜੀਵ ਹੀ ਆ। ਜੀਵ ਦੁੱਖ ਸੁੱਖ ਮੰਨਦਾ ਹੈ, ਈਸ਼ਵਰ ਦੁੱਖ ਸੁੱਖ ਨਹੀਂ ਮੰਨਦਾ। ਈਸ਼ਵਰ ਨੂੰ ਆਪਣੇ ਆਪੇ ਦਾ ਗਿਆਨ ਹੈ, ਮਤਲਬ ਉਹ ਵੀ ਗਿਆਨ ਪ੍ਰਾਪਤ ਕਰਦਾ ਉਹਨਾਂ ਨੂੰ, ਆਪਣੇ ਆਪੇ ਦਾ ਗਿਆਨ ਈਸ਼ਵਰ ਨੂੰ। ਤੇ ਜੀਵ ਨੂੰ ਵੀ ਜਦ ਜੀਵ ਗਿਆਨੀ ਜਗਤ ਗਿਆਨੀ ਬਣਦਾ, ਫਿਰ ਆਤਮਾ ਨਾ ਤੇ ਉਹ ਅਗਿਆਨੀ ਬਣਦਾ, ਨਾ ਤੇ ਤਤ ਗਿਆਨੀ ਬਣਦਾ। ਨਾ ਆਤਮਾ ਵਿੱਚ ਦੁੱਖ ਸੁੱਖ ਆ, ਨਾ ਉਹ ਬੁੱਢਾ ਆ, ਨਾ ਤੇ ਜੰਮਣ ਮਰਨ। ਇਸ ਕਰਕੇ ਜੀਵ ਵੀ ਨਹੀਂ ਹੈ, ਜੀਵ 'ਚ ਜੰਮਣ ਮਰ ਚਾਹੁੰਦਾ। ਤੇ ਈਸ਼ਵਰ ਵੀ ਮਹਾਂਪਰਲੋ ਵੇਲੇ ਜੰਮਣ ਮਰ ਚਾਹੁੰਦਾ। ਤੇ ਈਸ਼ਵਰ ਸ੍ਰਿਸ਼ਟੀ ਪੈਦਾ ਕਰਦਾ ਤੇ ਆਤਮਾ ਤੇ ਇਸ ਤਰ੍ਹਾਂ ਪੈਦਾ ਨਹੀਂ ਕਰਦਾ, ਤੇ ਅਕਿਰਿਆ ਵਾ। ਮਤਲਬ ਈਸ਼ਵਰ 'ਚ ਵੀ ਕਿਰਿਆ, ਉਹਦੇ 'ਚ ਕਿਰਿਆ ਨਹੀਂ ਹੈ। ਈਸ਼ਵਰ ਨੂੰ ਹੈ ਵੀ ਸਭ ਦਾ ਗਿਆਨ ਹੈ, ਆਪਣੇ ਆਪੇ ਦਾ ਵੀ ਗਿਆਨ ਹੈ। ਮਤਲਬ ਜੋ ਕਿਸੇ ਦਾ ਗਿਆਨ ਕਰਨ ਵਾਲਾ, ਮਤਲਬ ਉਹ ਕੋਈ ਹੋਂਦ ਹੈ, ਹੋਂਦ ਰੂਪ ਆ, ਵੀ ਉਹ ਗਿਆਨ ਪ੍ਰਾਪਤ ਕਰਦਾ ਵਾ। ਤੇ ਉਹ ਜਿੰਨਾ ਚਿਰ ਗਿਆਨ ਰਹੂਗਾ ਠੀਕ, ਨਹੀਂ ਤੇ ਫਿਰ ਗਿਆਨੀ ਹੋ ਜਾਊਗਾ। ਇਸ ਤਰ੍ਹਾਂ ਆਤਮਾ ਵਿੱਚ ਇਹ ਕੁਝ ਨਹੀਂ ਗਾ, ਸਤ ਝੂਠ ਮੋਹ ਮੈਂ ਨਹੀਂ। ਫਿਰ ਮੇਰੇ ਸਰੂਪ ਵਿੱਚ ਸੱਚ ਵੀ ਨਹੀਂ ਹੈਗਾ ਤੇ ਝੂਠ ਵੀ ਨਹੀਂ ਹੈਗਾ। ਮਤਲਬ ਆਤਮਾ ਜਿਹੜੀ ਇੱਕ ਚੇਤਨਤਾ ਹੈ, ਪ੍ਰਕਾਸ਼ ਰੂਪ। ਤੇ ਜਿਹੜੀ ਇੰਦਰੀਆਂ ਵਾ, ਸਰੀਰ ਵਾ, ਇਹ ਸਰੀਰ ਦੇ ਵਿੱਚ ਹੀ ਸਾਧ ਸੰਗਤ ਜੀ ਜਿਹੜਾ ਸੱਚ ਤੇ ਝੂਠ ਆ, ਇੰਦਰੀ ਹੀ ਝੂਠ ਬੋਲਦੀ ਆ, ਇੰਦਰੀ ਹੀ ਸੱਚ ਬੋਲਦੀ ਆ। ਤੇ ਆਤਮ ਸਰੂਪ ਚੇਤ ਉਹਦੇ ਇੱਕ ਪ੍ਰਕਾਸ਼ ਹੈ, ਪ੍ਰਕਾਸ਼ ਦਾ ਕੋਈ ਸਰੀਰ ਨਹੀਂ ਹੈ। ਜਿਸ ਕਰਕੇ ਉਹ ਪ੍ਰਕਾਸ਼ ਤੇ ਸਦਾ ਹੀ ਵਰਤਣ ਵਾਲਾ ਇਹ ਜਿਹੜਾ ਸਰੀਰ ਹੈ, ਇਹਦੇ ਵਿੱਚ ਸੱਚ ਝੂਠ ਹੈ, ਨਾਸਵਾਨ ਵੀ ਹੁੰਦਾ ਵਾ। ਸਾਤੇ ਵੀ ਜਦੋਂ ਜਿੰਨਾ ਚਿਰ ਹੈ ਜਦ ਸੱਚ ਆ, ਜਦੋਂ ਨਾਸ ਹੁੰਦਾ ਤਾਂ ਝੂਠ ਮਿਥਿਆ। ਆਤਮਾ ਸਦਾ ਥਿਰ, ਇਸ ਕਰਕੇ ਸਤ ਸਰੂਪ ਤੇ ਹੈ, ਪਰ ਮਿਥਿਆ ਰੂਪ ਨਹੀਂ ਹੈ, ਨਾਸਵਾਨ ਨਹੀਂ, ਇਸ ਕਰਕੇ ਝੂਠ ਨਹੀਂ ਹੈ। ਜਦੋਂ ਉਹਦੇ ਵਿੱਚ ਝੂਠ ਹੀ ਨਹੀਂ ਹੈਗਾ, ਫਿਰ ਸੱਚ ਦੀ ਕੀ ਲੋੜ ਹੈ? ਮਤਲਬ ਸੱਚ ਦੀ ਕੋਈ ਲੋੜ ਹੀ ਨਹੀਂ ਨਾ, ਜਦੋਂ ਉਹਦੇ 'ਚ ਝੂਠ ਹੀ ਨਹੀਂ ਹੈਗਾ। ਸੱਚ ਝੂਠ ਤੇ ਹੁੰਦਾ ਵੀ ਵੀ ਇੱਥੇ ਵੀ ਇਹਨੇ ਆ ਸੱਚਾ ਵਾ ਝੂਠਾ, ਕਿਉਂਕਿ ਉੱਥੇ ਇੱਕ ਝੂਠਾ ਹੈਗਾ ਵਾ, ਤਾਂ ਕਰਕੇ ਇੱਕ ਸੱਚਾ ਹੈ। ਤੇ ਜਿੱਥੇ ਝੂਠ ਹੀ ਨਹੀਂ ਹੈਗਾ ਉੱਥੇ ਕੀ ਆ? ਉੱਥੇ ਸਭ ਸੱਚ ਹੀ ਸੱਚ ਹੈ। ਤੇ ਉੱਥੇ ਤੇ ਸੱਚ ਹੀ ਸੱਚ ਹੈ, ਜਿਸ ਕਰਕੇ ਜਿੱਥੇ ਕੋਈ ਕਿਰਿਆ ਹੀ ਨਹੀਂ ਹੈਗੀ, ਜਿੱਥੇ ਝੂਠ ਨਾਮ ਦੀ ਚੀਜ਼ ਹੀ ਹੈ ਨਹੀਂ ਆ, ਉੱਥੇ ਸੱਚ ਕੀ ਬੋਲਣਾ? ਮਤਲਬ ਉਹ ਫਿਰ ਇਸ ਕਰਕੇ ਸੱਚ ਵੀ ਨਹੀਂ ਹੈਗਾ। ਤੇ ਆਤਮ ਸਰੂਪ ਵਿੱਚ ਨਾ ਤੇ ਸੱਚ ਹੈ ਨਾ ਝੂਠ ਹੈ। ਇਹ ਅੰਤःਕਰਨ ਵਿੱਚ ਮੈਲ ਹੈ ਵਿਕਾਰਾਂ ਦੀ ਵਿਸ਼ੇ ਦੀ, ਉਹਦੇ ਅੰਤःਕਰਨ ਨੂੰ ਪ੍ਰਕਾਸ਼ਨ ਵਾਲਾ ਵਾ, ਇਸ ਕਰਕੇ ਮੈਲ ਤੋਂ ਵੀ ਰਹਿਤ ਆ। ਠੀਕ ਆ ਜੀ। ਹੁਣ ਆ ਪ੍ਰਕਾਸ਼ ਆ ਜਿਵੇਂ ਬਲਬਾਂ ਦੇ, ਪ੍ਰਕਾਸ਼ ਨੂੰ ਥੋੜ੍ਹੀ ਕੋਈ ਮੈਲ ਲੱਗਦੀ ਆ, ਕੋਈ ਕਾਲਖ। ਬਲਬਾਂ ਉੱਪਰ ਘੱਟਾ ਵੀ ਪੈਂਦਾ ਵਾ, ਬਲਬ ਕਾਲੇ ਜਿਹੇ ਵੀ ਹੋ ਜਾਂਦੇ ਆ। ਅੰਤःਕਰਨ 'ਚ ਮੈਲ ਵੀ ਲੱਗਦੀ ਆ, ਵਿਕਾਰਾਂ ਰੂਪ, ਪਾਪਾਂ ਰੂਪ, ਪਰ ਉਹ ਅਮਾਲ ਆ, ਮੈਲ ਤੋਂ ਰਹਿਤ ਆ। ਆਤਮਾ ਨੂੰ ਕੋਈ ਮੈਲ ਨਹੀਂ ਲੱਗਦੀ, ਉਹ ਅੰਤःਕਰਨ ਤੋਂ ਪਰੇ।
ਨਾ ਤੇ ਉਹ ਫਿਰ ਮੈਲ ਤੋਂ ਵੀ ਮੈਲ ਤੋਂ ਰਹਿਤ ਵੀ ਨਹੀਂ ਗਾ ਉਹ। ਹਾਂਜੀ, ਭਾਵ ਉਹਨੂੰ ਮੈਲ ਲੱਗਦੀ ਹੀ ਨਹੀਂ ਹੈ, ਤੇ ਮੈਲ ਤੋਂ ਰਹਿ ਕਿੱਥੋਂ ਹੋਣਾ ਉਹਨੇ। ਤੇ ਨਾ ਹੀ ਉਹ ਮੈਲ ਦੇ ਸਹਿਤ ਆ, ਉਹਨੂੰ ਮਤਲਬ ਮੈਲ ਲੱਗਦੀ ਨਹੀਂ ਹੈ। ਮੁੱਕਦੀ ਗੱਲ, ਫਿਰ ਮੈਲ ਤੋਂ ਰਹਿਤ ਕਿੰਨੇ ਹੋਣਾ। ਜਿਹਨੂੰ ਮੈਲ ਲੱਗੂਗੀ, ਉਹਦੀ ਮੈਲ ਸਾਫ਼ ਕਰਾਂਗੇ ਤਾਂ ਉਹ ਮੈਲ ਤੋਂ ਰਹਿਤ ਅਮਲ ਹੋ ਜਾਊਗਾ। ਤੇ ਜਿਹਨੂੰ ਲੱਗਦੀ ਨਹੀਂ ਆ ਤਾਂ ਉਹਨੂੰ ਕੀ ਕਹਿਣਾ ਵੀ ਮੈਲ ਤੋਂ ਰਹਿਤ ਹੋ ਗਿਆ। ਮਤਲਬ ਅਮਾਲ ਸਮਾਲ ਇਹਨਾਂ ਦੋਵਾਂ ਤੋਂ ਪਰੇ ਹੈ। ਨਾ ਤੇ ਉਹ ਇਸਤਰੀ ਆ, ਤੇ ਨਾ ਉਹ ਪੀਵ ਗਈਏ ਪਤੀ ਆ। ਹਾਂਜੀ, ਇਸਤਰੀ ਪੱਖ ਨਹੀਂ ਹੈ, ਕਿਉਂਕਿ ਆਤਮਾ ਇਸਤਰੀ ਪਲਿੰਗ ਨਹੀਂ ਆ, ਪਰਮਾਤਮਾ ਦਾ ਰੂਪ ਆ। ਨਾ ਉਹ ਪਤੀ ਸਰੂਪ ਆ, ਕਿਉਂਕਿ ਆਤਮਾ ਦੀ ਕੋਈ ਇੰਦਰੀਆਂ ਥੋੜ੍ਹੀ ਹੈਗੀਆਂ। ਜਿਵੇਂ ਮਨੁੱਖ ਦੀ ਬਣਤਰ ਆ, ਮਰਦ ਦੀ ਬਣਤਰ ਵੱਖਰੀ ਆ, ਇਸਤਰੀ ਦੀ ਬਣਤਰ ਵੱਖਰੀ ਆ। ਉਹਦੇ ਇਸਤਰੀ ਮਰਦ ਦੋਵਾਂ ਨੂੰ ਪ੍ਰਕਾਸ਼ਣ ਵਾਲਾ। ਇਸਤਰੀ ਵਿੱਚ ਵੀ ਆਤਮ ਸਰੂਪ ਦੀ ਸੱਤਾ ਹੈ, ਤੇ ਉਹ ਇਸਤਰੀ ਵਿੱਚ ਵੀ ਪ੍ਰਕਾਸ਼ ਹੋਣ ਡਈ ਆ, ਤੇ ਮਰਦ ਦੇ ਵਿੱਚ ਵੀ। ਮਤਲਬ ਦੋਵਾਂ ਨੂੰ ਇੱਕ ਸਮਾਨ ਪ੍ਰਕਾਸ਼ਣ ਵਾਲਾ। ਇਸਤਰੀ ਨਹੀਂ ਹੈ, ਇਸਤਰੀ ਦੇ ਵੀ ਚਿੰਨ੍ਹ ਆ। ਹਾਂ, ਬੰਦੇ ਨਾਲੋਂ ਸਰੀਰ ਦੇ ਬਣਤਰ ਵੱਖਰੀ ਹੈ, ਪਰ ਉਹ ਤੇ ਇਸਤਰੀ ਨੂੰ ਪ੍ਰਕਾਸ਼ਣ ਵਾਲਾ। ਉਹਦੇ ਆਤਮ ਸਰੂਪ ਦਾ ਕੋਈ ਸਰੀਰ ਹੀ ਨਹੀਂ। ਆਤਮਾ ਦਾ ਸਰੀਰ ਦੀ ਬਣਤਰ ਨਾ ਇਸਤਰੀ ਵਰਗੀ ਆ, ਨਾ ਮਰਦ ਵਰਗੀ। ਨਾ ਭਾਵ ਇਸਤਰੀ ਆ, ਨਾ ਪੀ ਪਤੀ ਆ। ਇਸ ਪ੍ਰਕਾਰ ਥੋੜਾ ਜਿਹੜਾ ਕਹਿਣ ਦਾ ਪੱਖ ਬੜਾ ਡੂੰਘਾਈ ਦਾ, ਜਿੰਨੀ ਕੁ ਸਮਝ ਆਈ ਉਹ ਆਪਾਂ ਜੀ ਵਿਚਾਰ ਕੀਤੀ ਆ। ਮੁੱਕਦੀ ਗੱਲ ਭਲਾ ਕੀ ਆ ਸਾਧ ਸੰਗਤ ਜੀ। ਗਿਆਨੀ ਧਿਆਨੀ ਹੋਣਾ, ਚੰਗਾ ਮਾੜਾ ਹੋਣਾ, ਇਹ ਸਰੀਰ ਦੇ ਵਿੱਚ ਆ। ਮੈਲ ਲੱਗਣੀ, ਮੈਲ ਤੋਂ ਰਹਿਤ ਹੋਣਾ, ਇਹ ਸਭ ਸਰੀਰ ਦੇ ਕਰਮ ਆ। ਸੱਚ ਝੂਠ ਵੀ ਸਰੀਰ ਦਾ ਕਰਮ ਆ। ਆਤਮਾ ਦੇ ਇੱਕ ਪ੍ਰਕਾਸ਼ ਰੂਪ ਸਿਰਫ ਸਰੀਰ, ਸਾਰੇ ਸਰੀਰ ਨੂੰ ਪ੍ਰਕਾਸ਼ਣ ਵਾਲਾ ਵਾ। ਮੈਲ ਲੱਗੂਗੀ ਸਰੀਰ ਦੇ ਉੱਪਰ ਲੱਗੂਗੀ, ਕਾਰਨ ਸਰੀਰ ਅਵਿਦਿਆ ਦੀ ਮੈਲ ਲੱਗੂਗੀ। ਸੂਖਮ ਸਰੀਰ ਵਿੱਚ ਅੰਤःਕਰਨ ਨੂੰ ਮੈਲ ਲੱਗੂਗੀ, ਮਨ ਨੂੰ ਮੈਲ ਲੱਗੂਗੀ। ਪਰ ਉਹ ਇਹਨਾਂ ਤਿੰਨਾਂ ਸਰੀਰਾਂ ਨੂੰ ਪ੍ਰਕਾਸ਼ਣ ਵਾਲਾ ਵਾ। ਆਤਮਾ ਸੱਤਾ ਸਫੁਰਤੀ ਦੇਣ ਵਾਲਾ, ਇਸ ਕਰਕੇ ਉਹ ਇਸ ਸਾਰੀਆਂ ਚੀਜ਼ਾਂ ਤੋਂ ਪਰੇ ਹੈ। ਇਹ ਜਿੰਨੇ ਸੱਚ ਝੂਠ, ਮੈਲ ਤੋਂ ਰਹਿਤ, ਇਸਤਰੀ ਭਾਵ, ਮਰਦ ਭਾਵ, ਗਿਆਨੀ ਧਿਆਨੀ, ਚੰਗਾ ਮਾੜਾ, ਇਹ ਸਰੀਰਾਂ ਦੇ ਕਰਮ ਹਨ। ਇਸ ਪ੍ਰਕਾਰ ਨਾਲ ਇਹ ਸਿੱਖ ਸੱਚ ਝੂਠ ਮੋਹ ਮੈਂ ਨਹੀਂ। ਉਹ ਸਿੱਖ ਕਹਿੰਦਾ ਗੁਰੂ ਜੀ ਸੱਚ ਝੂਠ ਮੇਰੇ ਆਸਰੂ ਵਿੱਚ ਨਹੀਂ ਆ। ਨਾ ਉਹਨੂੰ ਕੋਈ ਮੈਲ ਹੈ, ਨਾ ਉਹ ਮੈਲ ਦੀ ਸਹਿਤ, ਨਾ ਉਹ ਇਸਤਰੀ ਹੈ, ਨਾ ਉਹ ਪੀਵ ਪਤੀ ਹੈ। ਪੀਵ ਨਾ ਉਹ ਮਰਦ ਹੈ। ਭਾਵ ਅਰਥ ਨਾਲ ਪੀਵ ਦਾ ਅਰਥ ਮਰਦ ਵੀ ਲੱਗਦਾ। ਇਹ ਸਮਝ ਲੈਣਾ ਇਸ ਪ੍ਰਕਾਰ। ਦੋਹਰਾ ਆਸ਼ਰਮ ਵਰਨਨਾ ਦੇਵ ਨਰ। ਮੇਰੇ ਵਾਸਤਵ ਆਤਮ ਸਰੂਪ ਦੇ ਵਿੱਚ ਨਾ ਤੇ ਚਾਰ ਜਿਹੜੇ ਆਸ਼ਰਮ ਆ, ਬ੍ਰਹਮਚਰਯ, ਗ੍ਰਹਿਸਥ ਆਸ਼ਰਮ, ਵਾਨਪ੍ਰਸਥੀ, ਸੰਨਿਆਸੀ, ਚਾਰ ਆਸ਼ਰਮ ਆ ਨਾ। 25 ਸਾਲ ਤੱਕ ਬ੍ਰਹਮਚਰਜ, 50 ਤੋਂ 50 ਗ੍ਰਹਿਸਥ, 50 ਤੋਂ 75 ਵਾਨਪ੍ਰਸਥੀ, ਤੇ 75 ਤੋਂ 100 ਸੰਨਿਆਸੀ ਕਾਲਯੁਗ ਦੀ ਉਮਰ ਮੁਤਾਬਕ। ਮਤਲਬ ਇਹ ਚਾਰ ਆਸ਼ਰਮ ਜਿਹੜੇ ਆ। ਫਿਰ ਵਰਨ, ਚਾਰ ਵਰਨ ਆ, ਬ੍ਰਾਹਮਣ, ਛਤਰੀ, ਵੈਦ, ਬ੍ਰਾਹਮਣ, ਛਤਰੀ, ਵੈਸ ਤੇ ਸ਼ੂਦਰ, ਚਾਰ ਵਰਨ ਆ। ਫਿਰ ਨਾ ਦੇਵ ਨਰ, ਨਾ ਹੀ ਦੇਵਤੇ, ਦੇਵ ਪੁਣਾ, ਨਰ ਕਹੀਏ ਮਨੁੱਖ ਪੁਣਾ। ਆਪਦਾ ਕੋਈ ਵੀ ਜਿਹੜਾ ਮੇਰੇ ਸਰੂਪ ਵਿੱਚ, ਹੇ ਗੁਰੂ ਜੀ, ਭਰਮ ਨਹੀਂ ਹੈ। ਆਤਮ ਸਰੂਪ ਮੇਰਾ ਨਾ ਤੇ ਬ੍ਰਹਮਚਰੀ ਆ, ਨਾ ਉਹ ਗ੍ਰਹਿਸਥੀ ਆ, ਨਾ ਵਾਨਪ੍ਰਸਥੀ, ਨਾ ਉਹ ਸੰਨਿਆਸੀ, ਨਾ ਉਹ ਬ੍ਰਾਹਮਣ, ਨਾ ਉਹ ਛਤਰੀ, ਨਾ ਉਹ ਸੂਦ, ਨਾ ਉਹ ਵੈਸ। ਕੁਝ ਵੀ ਨਹੀਂ ਹੈ ਮੇਰਾ ਆਤਮ ਸਰੂਪ ਵਿੱਚ। ਨਾ ਉਹਦੇ ਵਿੱਚ ਦੇਵ ਪੁਣਾ ਵੀ ਉਹ ਦੇਵਤਾ ਹੈ, ਨਾ ਉਹ 'ਚ ਵੀ ਮਨੁੱਖ ਪੁਣਾ। ਇਹ ਕੁਝ ਵੀ ਕਹਿਣੇ ਨਹੀਂ ਬਣਦੇ। ਗੁਰ ਸਿੱਖ ਧਰਮ ਨਾ ਪਾਪ। ਫਿਰ ਨਾ ਹੀ
ਗੁਰੂ ਹੈ ਮੇਰਾ ਆਤਮ ਸਰੂਪ, ਨਾ ਹੀ ਸਿੱਖ। ਸਿੱਖ ਆਰਤੀ ਦਾ ਭੇਦ ਉਹਦੇ ਵਿੱਚ ਵੀ ਸਿੱਖਿਆ, ਨਾ ਹੀ ਉਹ ਆਤਮ ਸਰੂਪ ਵਿੱਚ ਧਰਮ ਹੈਗਾ, ਨਾ ਹੀ ਉਹਦੇ ਵਿੱਚ ਪੁੰਨ ਹੈਗਾ। ਧਰਮ ਦਾ ਅਰਥ ਹੈਗਾ ਪੁੰਨ, ਭਾਵ ਅਰਥ ਨਾਲ ਕਿ ਨਾ ਉਹ 'ਚ ਪੁੰਨ ਆ, ਨਾ 'ਚ ਪਾਪ ਮੰਦ ਕਰਮ। ਇਹਦੀ ਵੀ ਕੋਈ ਵਿਚਾਰ ਨਹੀਂ ਬਣਦੀ, ਕਹਿਣਾ ਹੀ ਨਹੀਂ ਬਣਦਾ। ਆਤਮ ਸਰੂਪ ਮੇਰੇ ਆਤਮ ਸਰੂਪ ਵਿੱਚ 4 ਆਸ਼ਰਮ, 4 ਵਰਣ, ਨਾ ਦੇ ਗੁਣਾ, ਕੁਝ ਵੀ ਨਹੀਂ ਕਹਿਣਾ ਬਣਦਾ। ਕਿਉਂਕਿ ਸਰੀਰ ਦੇ ਇਹ ਧਰਮ ਹੈ। ਬ੍ਰਾਹਮਣ ਦਾ ਸਰੀਰ ਜੰਮ ਗਿਆ, ਬ੍ਰਾਹਮਣ ਜਾਤੀ ਦਾ ਨਾਮ ਰੱਖਤਾ, ਬ੍ਰਾਹਮਣਾ ਘਰ ਪੈਦਾ ਹੋਏ ਵੀ ਬ੍ਰਾਹਮਣ ਹੈ। ਛਤਰੀਆਂ ਘਰ ਪੈਦਾ ਕਿ ਵੀ ਛਤਰੀ ਆ, ਵੈਦਾਂ ਘਰ, ਸੂਦਾਂ ਘਰ, ਜੱਟਾਂ ਘਰ, ਮਜ਼੍ਹਬੀ ਸਿੱਖਾਂ ਘਰ, ਈਸਾਈਆਂ ਘਰ, ਮੁਸਲਮਾਨਾਂ ਘਰ। ਮਤਲਬ ਜੋ ਜਾਤੀਆਂ ਬਣਾਈਆਂ ਹੋਈਆਂ ਸੰਸਾਰ 'ਤੇ, ਜਿੱਥੇ ਜਨਮ ਹੋ ਗਿਆ ਉੱਥੋਂ ਉਹੋ ਹੀ ਸਰੀਰ ਦਾ ਨਾਂ ਪੈ ਜਾਂਦਾ। ਹਾਂਜੀ, ਹੁਣ ਇੱਥੇ ਪੰਜਾਬੀਆਂ, ਪੰਜਾਬ ਦੇ ਵਿੱਚ ਜਨਮ ਹੋ ਕੇ ਕਹਿਣਾ ਵੀ ਪੰਜਾਬੀ ਹੈ। ਉਹੀ ਸਰੀਰ ਬਿਹਾਰ 'ਚ ਜੰਮ ਗਿਆ, ਕਹਿਣਾ ਬਿਹਾਰੀ ਹੈ। ਮਤਲਬ ਜਾਤੀ ਸੁਭਾਅ ਸਰੀਰ ਦਾ ਪ੍ਰਗਟ ਹੋਣ ਦਾ, ਜਿੱਥੇ ਪ੍ਰਗਟ ਹੋ ਗਿਆ। ਅਤੇ ਜਿਹੜਾ ਵਿੱਚ ਆਤਮਾ, ਉਹਦੀ ਥੋੜ੍ਹੀ ਕੋਈ ਜਾਤੀ ਹੈ। ਸਰੀਰ ਦੀ ਕੋਈ ਅਸਲ ਵਿੱਚ ਜਾਤੀ ਨਹੀਂ ਹੈ, ਕੋਈ ਬ੍ਰਾਹਮਣ ਗ੍ਰਹਿਸਥ ਪੁਣਾ ਨਹੀਂ ਹੈ। ਉਹ ਤਾਂ ਬ੍ਰਹਮਚਰਜ ਧਾਰਨ ਕਰ ਲਏ, ਬ੍ਰਹਮਚਾਰੀ ਸਰੀਰ ਨੂੰ ਕਹਿ ਦਿੱਤਾ। ਗ੍ਰਹਿਸਥ ਧਰਮ ਅਪਣਾ ਲਿਆ, ਕਹਿਣਾ ਗ੍ਰਹਿਸਥੀ। ਪਰ ਜਿਹੜਾ ਅੰਦਰ ਪ੍ਰਕਾਸ਼ਨ ਵਾਲਾ ਆਤਮਾ, ਉਹਦਾ ਥੋੜ੍ਹੀ ਕੋਈ ਵੀ ਬ੍ਰਹਮਚਾਰੀ ਹੈ। ਇਹ ਸਰੀਰ ਛੁੱਟ ਗਿਆ ਅਤੇ ਆਤਮਾ ਨੂੰ ਥੋੜ੍ਹੀ ਕਹਿਣਾ ਵੀ ਬ੍ਰਹਮਚਾਰੀ ਆ ਗਿਆ, ਫੜ ਲਓ ਇਹਨੂੰ। ਇਹਦੇ ਸਰੀਰ ਦਾ ਕੀ ਸਹਿਮਤ ਆ ਚੀਜ਼ਾਂ ਸਾਰੀਆਂ। ਗੁਰੂ ਵੀ ਇੱਕ ਸਰੀਰ ਦਾ ਨਾਮ ਆ। ਇੱਥੇ ਇਸ ਪੱਖ ਨਾਲ ਕਹਿਣ ਡਿਆ, ਆਤਮ ਸਰੂਪ ਦੇ ਪੱਖ ਨਾਲ ਵੀ ਮੇਰੇ ਸਰੂਪ ਵਿੱਚ ਗੁਰੂ ਵੀ ਨਹੀਂ ਆ, ਗੁਰੂ ਦਾ ਭੇਦ ਵੀ ਨਹੀਂ ਨਾ ਸਿੱਖਦਾ। ਫਿਰ ਗੁਰੂ ਕੌਣ ਆ? ਜਿਹੜਾ ਸਿੱਖਿਆ ਦੇਣ ਡਿਆ ਉਹ ਗੁਰੂ ਹੋ ਗਿਆ, ਜਿਹੜਾ ਲੈਣ ਡਿਆ ਅਗਲੇ ਬੰਨੇ ਸਰੀਰ ਉਹ ਸਿੱਖ ਹੋ ਗਿਆ। ਹਾਂਜੀ, ਪਰ ਤਾਕਤ ਜਿਹੜੀ ਦੋਵਾਂ ਅੰਦਰ ਬੋਲਣ ਦੀ, ਸਿੱਖ ਅੰਦਰ ਗੁਰੂ ਅੰਦਰ, ਉਹ ਹੈ ਆਤਮਾ। ਜਿਹੜਾ ਗਿਆਨ ਬੁੱਧੀ ਵਿੱਚ ਹੋਇਆ ਪ੍ਰਕਾਸ਼, ਅਤੇ ਜਿਹੜਾ ਗੁਰੂ ਬਣ ਕੇ ਸਿੱਖਿਆ ਦੇਣ ਡਿਆ ਸਿੱਖ ਨੂੰ, ਅਤੇ ਸਿੱਖ ਅੱਗੋਂ ਲੈਣ ਡਿਆ ਵਾ, ਉਹ ਸਿੱਖਿਆ ਲੈਣ ਵਾਲਾ ਸਿੱਖ, ਉਪਦੇਸ਼ ਦੇਣ ਵਾਲਾ ਗੁਰੂ। ਅਤੇ ਮਤਲਬ ਉਹ ਸਰੀਰਾਂ ਕਰਕੇ ਹੀ ਨਾ, ਗਿਆਨ ਕਰਕੇ ਗੁਰੂ ਹੋ ਗਿਆ, ਸਿੱਖਿਆ ਲੈਣ ਸਿੱਖ ਹੋ ਗਿਆ। ਅਤੇ ਆਤਮਾ ਵਿੱਚ ਤਾਂ ਨਹੀਂ ਹੈਗਾ ਵੀ ਇਹ ਵੀ ਆਤਮਾ ਵਿੱਚ ਸਰੂਪ ਵਿੱਚ ਤਾਂ ਕੋਈ ਗੁਰੂ ਸਿੱਖ ਨਹੀਂ ਹੈ। ਇਹਦੇ ਸਰੀਰ ਕਰਕੇ ਹੀ ਆ, ਜਿਹਦਾ ਗਿਆਨ ਵੱਧ ਉਹ ਗੁਰੂ ਹੋ ਗਿਆ, ਜਿਹਦਾ ਗਿਆਨ ਘੱਟ ਉਹ ਸਿੱਖ ਹੋ ਗਿਆ। ਪਾਪ ਵੀ ਸਰੀਰ ਵਿੱਚ ਆ, ਉਹਦੇ ਅਵਸਥਾ, ਤੁਰੀ ਅਵਸਥਾ ਜੀ ਵੇਖੋ, ਅੰਤਰ ਸੁਨੰਗ, ਬਾਹਰ ਸੁਨੰਗ, ਤਿਰਪਾਉਣ ਸੁਨਮ ਸੁਨੰਗ, ਚੌਥੇ ਸੁਨੇ ਜੋ ਨਾ ਜਾਣੇ ਪਤਾ ਕੋ ਪਾਪ ਨਾ ਪੁੰਨ, ਨਾ ਚ ਪਾਪ ਨਾ ਕੋਈ ਪੁੰਨੀ ਹੈ। ਤੇ ਫਿਰ ਆਤਮ ਸਰੂਪ ਕੀ ਆ? ਪ੍ਰਸ਼ਨ ਖੜਾ ਹੁੰਦਾ, ਅਪੂਰਨ ਆਤਮ ਏਕ ਰਸ। ਇਹ ਜਿਹੜਾ ਆਤਮ ਸਰੂਪ ਆ ਮੇਰਾ, ਗੁਰੂ ਜੀ ਸਵੈ ਸਰੂਪ ਮੇਰਾ ਜਿਹੜਾ, ਅਥਵਾ ਆਤਮ ਦਾ ਅਰਥ ਪਰਮਾਤਮਾ ਵੀ ਆ। ਇਹ ਪਰਮਾਤਮਾ ਅਥਵਾ ਮੇਰਾ ਸਵੈ ਸਰੂਪ ਆਤਮਾ ਪਰਮਾਤਮਾ ਇੱਕੋ ਕਰੇ। ਮੇਰਾ ਜਿਹੜਾ ਆਤਮਾ ਉਹ ਪਰਮਾਤਮਾ ਪਰਮੇਸ਼ਰ ਦਾ ਰੂਪ ਹੀ ਆ। ਉਹ ਤੇ ਇਹ ਗੁਰੂ ਜੀ ਸਾਰੇ ਨਾ ਇੱਕ ਰਸ ਵਰਤ ਰਿਹਾ ਤੇ ਪੂਰਨ ਕਈ ਪਰਿਪੂਰਨ ਹੋ ਰਿਹਾ ਵਾ। ਨਹਿ ਘੱਟ ਵੱਢ ਮਾਪ ਅਮਾਪ, ਤੇ ਉਹ ਨਾ ਤੇ ਕਿਤੇ ਘਟ ਗਈਏ ਘਟਦਾ, ਭਾਵੇਂ ਇੱਕ ਰਸ ਜੂ, ਨਾ ਹੀ ਵੱਢ ਗਈਏ ਵੱਧਦਾ, ਤੇ ਉਹ ਅਮਾਪ ਕਹੀਏ ਮਿਣਤੀ ਤੋਂ ਰਹਿਤ ਆ। ਪਰਮੇਸ਼ਰ ਨਾ ਹੀ ਕਿਸੇ ਮਾਪ ਮਿਣਤੀ ਵਿੱਚ ਹੀ ਆਉਂਦਾ। ਪੂਰਨ ਜਿਹੜਾ ਮੇਰਾ ਸਵੈ ਸਰੂਪ ਆ ਉਹ ਤੇ ਇੱਕ ਰਸ ਆ। ਭਾਵ ਸਰੀਰ ਵੇਖੋ ਘਟਦਾ ਵੀ ਆ,
ਵਾਧਦਾ ਵੀ ਆ, ਬਦਲਦਾ ਵੀ ਆ। ਦੇਸ਼ ਪ੍ਰਸੰਨ ਵੀ ਹੈ ਕਿ ਜਿੰਨੇ ਕੁ ਦੇਸ਼ ਖੜਾ ਉਹਨੇ ਜੀ, ਪਰ ਨਹੀਂ ਆਤਮਾ ਨਹੀਂ ਐਸ। ਉਹ ਤੇ ਇੱਕ ਰਸ ਆ, ਨਾ ਘਟਦਾ ਆ ਨਾ ਵੱਧਦਾ ਆ, ਤੇ ਪਰਿਪੂਰਨ ਆ। ਭਾਵ ਸਾਰੇ ਸਰੀਰ 'ਚ ਵੀ ਅਥਵਾ ਸਾਰੇ ਸਰੀਰਾਂ ਵਿੱਚ ਵੀ ਆ, ਤੇ ਸਰੀਰਾਂ ਤੋਂ ਬਾਅਦ ਸਾਰੀ ਸ੍ਰਿਸ਼ਟੀ ਵਿੱਚ ਵੀ ਆ। ਜਿਹੜਾ ਅੰਤःਕਰਨ ਵਿੱਚ ਪ੍ਰਕਾਸ਼ ਚੇਤਨ ਆ, ਉਹ ਇਕੱਲਾ ਅੰਤःਕਰਨ ਵਿੱਚ ਨਹੀਂ ਆ। ਅੰਤःਕਰਨ 'ਚ ਇੱਕ ਮਨ ਜੋਤੀ ਆ, ਪਰ ਸਾਰੇ ਆਪਾਂ ਕਹਿੰਦੇ ਵੀ ਕਣ ਕਣ 'ਚ ਵਸਿਆ, ਮਤਲਬ ਸਾਰੇ ਸਰੀਰ ਦੇ ਰੋਮ ਰੋਮ 'ਚੋਂ ਇੱਕ ਰਸ ਪਰਿਪੂਰਨ ਹੋ ਰਿਹਾ ਵਾ। ਤੇ ਉਹਦੇ ਤੋਂ ਖਾਲੀ ਕੋਈ ਥਾਂ ਨਹੀਂ ਆ। ਸਰੀਰ ਤੋਂ ਬਾਹਰ ਵੀ ਜਿਹੜੀ ਧਰਤੀ ਆ, ਆਕਾਸ਼ ਆ, ਜਲ ਆ, ਸਾਰੇ ਥਾਂ ਪਰਿਪੂਰਨ ਹੋ ਰਿਹਾ। ਤੇ ਸਾਰੇ ਥਾਂ ਜਿਹੜਾ ਪਰਿਪੂਰਨ ਹੀ ਆ, ਉਹ ਕਦੀ ਘਟਦਾ ਵੱਧਦਾ, ਉਹਨੇ ਘਟਣਾ ਵਧਣਾ ਨਹੀਂ। ਜੋ ਪਰਿਪੂਰਨ ਹੀ ਮਤਲਬ ਜੋ ਸਾਰੀ ਧਰਤੀ ਤੇ ਆਕਾਸ਼ ਤੇ ਆ, ਜਲ ਵਿੱਚ ਆ, ਸਾਰੇ ਥਾਂ ਹੀ ਆ, ਇੱਕ ਰਸ ਪਰਿਪੂਰਨ ਆ, ਮਤਲਬ ਸਾਰੇ ਥਾਂ ਹੀ ਹੈ। ਉਹ ਘਟਦਾ ਨਹੀਂ ਆ ਵੀ ਧਰਤੀ ਤੇ ਰਹਿ ਗਿਆ ਤੇ ਜਲ 'ਚ ਨਹੀਂ ਹੈਗਾ, ਜਾਂ ਜਲ ਤੇ ਰਹਿ ਗਿਆ ਧਰਤੀ ਤੇ ਰਹਿ ਗਿਆ, ਆਕਾਸ਼ 'ਚ ਨਹੀਂ ਹੈਗਾ। ਨਾ ਘਟਦਾ ਤੇ ਨਾ ਹੀ ਉਹ ਵੱਧਦਾ ਵੀ ਉਹ ਵੱਧ ਗਿਆ ਜੀ, ਧਰਤੀ ਆਕਾਸ਼ ਤੋਂ ਵੱਧ ਕੇ ਆਕਾਸ਼ 'ਚ ਚਲਾ ਗਿਆ, ਜਾਂ ਆਕਾਸ਼ ਤੋਂ ਪਰੇ ਚਲਾ ਗਿਆ। ਮਤਲਬ ਜਿੰਨੀ ਸ੍ਰਿਸ਼ਟੀ ਸਾਰੇ 'ਚ ਸਮਾਇਆ ਹੋਇਆ, ਤੇ ਗਿਣਤੀ ਮਿਣਤੀ ਨਹੀਂ ਉਹਦੀ ਕੋਈ। ਗਿਣਤੀ ਮਿਣਤੀ ਤੋਂ ਰਹਿਤ ਆ, ਨਾ ਘਾਟ ਬਾਧ ਹੋਤ ਹੈ। ਜ਼ਮੀਨ ਜਮਾ ਕੇ ਬਿਖਸ ਮਸਤ ਇੱਕ ਜੋਤ ਹੈ। ਇੱਕੋ ਹੀ ਜੋਤ ਜ਼ਮੀਨ ਜਮਾਨ ਦੇ ਵਿੱਚ ਸਮਾਈ ਹੋਈ ਆ, ਐਸਾ ਜਿਹੜਾ ਉਹ ਕਹਿ ਰਹੇ ਆ। ਸੋ ਇੱਥੇ ਜਿਹੜੀ ਆਪਾਂ ਅੱਜ ਦਾ ਜਿਹੜਾ ਨਾ ਇਹਨੂੰ ਸਮਾਪਤ ਕਰੀਏ, ਕਿਉਂਕਿ ਥੋੜਾ ਕਾਰਜ ਸੀ। ਬਾਕੀ ਆਪਾਂ ਕੱਲ ਵਿਚਾਰ ਵੀ ਕਰਾਂਗੇ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਆਸਨਮ ਵਰਨ ਨ ਦੇਵ ਨਰ, ਗੁਰ ਸਿੱਖ ਧਰਮ ਨ ਪਾਪ। ਪੂਰਨ ਆਤਮ ਏਕ ਰਸ, ਨਹਿ ਘਟ ਵੱਡ ਮਾਪ ਅਮਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।